अकर चिहन अर वर्ण जात अर पात नहन देह रूप रंग अर रेख भेख को कह न सकत के अचल मूरत अनुभव प्रकाश अमितोज कहिचै कोट इंद्र इंद्राण साहे साहाण गणिचै तिर भवन महीप सुर नर असुर नेत नेत बन तरण कहत सुह सर्वनाम कथा कवन करम नाम वर्णत सुमत बेसुमार अथाह अगणत अतुल यो बुलावो त्यो नानक दास बोले जल की पीत पवन का थंबा रक्त बूंद का गारा हाड मास नाड़ी को पिंजर पंखी बस विचारा प्राणी क्या मेरा क्या तेरा जैसे तरवर पंख बसेरा जैसे तरवर पंख बसेरा सतगुरु श्री गुरु ग्रंथ साहिब जी राजान राज भानान भान देवान देव उपमा महान श्री गुरु ग्रंथ साहिब जी पातशाह जी मुबारक हजूरी विच जुड़ बैठे गुरु प्यारिओ गुरु सवारिओ गुरु दुलारिओ अज आपां सारे जथेदार बाबा बलदेव सिंह जी उन्हां दी अंतिम याद दे विच अंतिम अरदास दे विच जुड़ बैठे हाँ। आप जियां ने रागी सिंघा पासों कीर्तन रस भिन्ना कीर्तन श्रवण किया दो शब्द जथे ने पढ़े हैं आप जी ने बड़े अदब प्यार नाल श्रवण किए हैं। पहला शब्द बहु रंग तमाशे वेख अखियां नहीं रजियां ਇਹਦੇ दायरे ਦੇ ਵਿੱਚ ਰਹਿ ਕੇ ਹੀ ਆਪਾਂ 10-15 ਮਿੰਟ ਵਿਚਾਰ ਕਰਨੀ ਆ। ਵਿਚਾਰ ਆਰੰਭਣ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸੰਗਤਾਂ ਨੂੰ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਉਹ ਆਣ ਕੇ सतगुरु जी की हजूरी विच बैठण ते जिहड़े बैठे ने
ਉਹਨਾਂ ਨੂੰ ਮੈਂ ਬੇਨਤੀ ਕਰਾਂ ਵੀ ਗੱਲਾਂ ਬਾਤਾਂ ਤੋਂ ਸੰਕੋਚ ਰੱਖਣ। ਦੇਖੋ ਅੱਜ ਆਪਾਂ ਮਾਈ ਨੇ ਚੁੱਪ ਕਰਾਈ ਮੜਿਆ, ਇਹਨਾਂ ਸਾਹਮਣੇ ਬਿਠਾਉਣਾ ਸੀਗਾ, ਪਾਸੇ ਕਰਕੇ ਬਿਠਾ ਦੀਆਂ। ਕੋਈ ਕਹਿੰਦੇ ਚੁੱਪ ਕਰ ਜਾਓ ਵੀ ਬੋਲਣਾ ਨਹੀਂ ਕਹਿੰਦੇ ਕਿਸੇ ਨੇ। ਸਪੀਕਰ ਅੱਗੇ ਰੱਖ ਦੇਣਾ, ਬਟ ਤੁਸੀਂ ਆਪ ਬੋਲ ਲਓ ਫਿਰ। ਅੱਜ ਆਪਾਂ ਅੰਤਿਮ ਅਰਦਾਸ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਮੈਨੂੰ ਇੰਝ ਲੱਗਦਾ ਹੈ ਕਿ ਜੇਕਰ ਸਾਨੂੰ ਕੋਈ ਸਮਾਪਤੀ ਤੋਂ ਉਪਰੰਤ ਪੁੱਛ ਲਵੇ ਨਾ ਕਿ ਭਾਈ ਸਾਹਿਬ ਨੇ ਕਿਹੜਾ ਸ਼ਬਦ ਪੜ੍ਹਿਆ ਸੀ, ਤੇ 100 ਦੇ ਵਿੱਚੋਂ 50 ਨੂੰ ਪਤਾ ਨਹੀਂ ਲੱਗਣਾ ਵੀ ਕਿਹੜਾ ਸ਼ਬਦ ਪੜ੍ਹਿਆ ਸੀ। ਕਿਉਂਕਿ ਸਾਨੂੰ ਕੇਵਲ ਆਪਣੀਆਂ ਗੱਲਾਂ ਤੱਕ, ਗੱਲਾਂ ਬਾਤਾਂ ਦੇ ਵਿੱਚ ਹੀ ਰੁਝੇਵਾਂ ਹੈ। ਗੁਰੂ ਕੀ ਹਜ਼ੂਰੀ ਵਿੱਚ ਜਿਹੜਾ ਬਹਿਣ ਦਾ ਢੰਗ ਹੈ ਉਹ ਮੈਂ 1-2 ਮਿੰਟ ਲਾ ਲਵਾਂ ਸਮਝਣ ਦੇ ਲਈ ਯਤਨ ਕਰੋ। ਸਾਵਧਾਨ ਏਕਾਗਰ ਚੀਤ, ਤੇਰੀ ਮਾਈ ਦੀ ਆਵਾਜ਼ ਬੰਦ ਨਹੀਂ ਹੋਣੀ। ਗੁਰੂ ਕੀ ਹਜ਼ੂਰੀ ਵਿੱਚ ਜਿਹੜਾ ਬਹਿਣ ਦਾ ਢੰਗ ਹੈ, ਸਾਵਧਾਨ ਏਕਾਗਰ ਚੀਤ, ਇਹ ਬਹਿਣ ਦਾ ਢੰਗ ਹੁੰਦਾ ਗੁਰੂ ਕੀ ਹਜ਼ੂਰੀ ਵਿੱਚ। ਇਸ ਤਰ੍ਹਾਂ ਬੈਠੀ ਦਾ। ਰਾਗੀ ਸਿੰਘਾਂ ਨੇ ਸ਼ਬਦ ਪੜਿਆ ਤੇ ਸ਼ਬਦ ਪੜਨ ਤੋਂ ਪਹਿਲਾਂ ਉਹਨੇ ਇੱਕ ਪ੍ਰਮਾਣ ਦਿੱਤਾ ਸੀ, ਕਲਯੁਗ ਮੈਂ ਕੀਰਤਨ ਪ੍ਰਧਾਨਾ। ਪਹਿਲੀ ਪੰਕਤੀ ਤਾਂ ਤੁਸੀਂ ਸੁਣ ਲਈ, ਕਲਯੁਗ ਮੈਂ ਕੀਰਤਨ ਪ੍ਰਧਾਨਾ। ਦੂਜੀ ਪੰਕਤੀ ਵੱਲ ਧਿਆਨ ਦੇਣਾ, ਗੁਰਮੁਖ ਜਪੀਐ, ਗੁਰਮੁਖ ਜਪੀਐ ਲਾਏ ਧਿਆਨਾ। ਗੱਲ ਤੇ ਤਾਂ ਹੀ ਬਣਨੀ ਹੈ ਨਾ ਜੇਕਰ ਅਸੀਂ ਧਿਆਨ ਦੇ ਨਾਲ ਪੜਾਂਗੇ ਜਾਂ ਧਿਆਨ ਦੇ ਨਾਲ ਸੁਣਾਂਗੇ। ਰਾਗੀ ਸਿੰਘ ਕੀਰਤਨ ਕਰੀ ਜਾਂਦੇ ਆ, ਆਪਾਂ ਗੱਲਾਂ ਕਰੀ ਜਾਂਦੇ ਆ, ਆਪਾਂ ਗੁਰਮਤਿ ਦੀ ਵਿਚਾਰ ਸੁਣਾਈ ਜਾਂਦੇ ਆ, ਤੁਸੀਂ ਗੱਲਾਂ ਕਰੀ ਜਾਂਦੇ। ਫਿਰ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਿਵੇਂ ਕਹਿ ਲਵਾਂਗੇ ਆਪਾਂ? ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਉਦੋਂ ਹੈ ਜਦੋਂ ਸਾਡੀ ਸੁਰਤ ਸ਼ਬਦ ਦੇ ਨਾਲ ਜੁੜ ਜਾਵੇ, ਜਦੋਂ ਸਾਡਾ ਮਨ ਸ਼ਬਦ ਨਾਲ ਜੁੜ ਜਾਵੇ, ਬਾਣੀ ਨਾਲ ਜੁੜ ਜਾਵੇ। ਫਿਰ ਸਾਡੇ ਵਾਸਤੇ ਉਹ ਪ੍ਰਧਾਨਗੀ ਤੇ ਮਿੰਸ ਅਗਵਾਈ ਸਾਡੇ ਜੀਵਨ ਦੀ ਉਦੋਂ ਉਹ ਅਗਵਾਈ ਕਰਦਾ ਹੈ ਜਦੋਂ ਅਸੀਂ ਬਾਣੀ ਨੂੰ ਗੁਰੂ ਕਰਕੇ ਮੰਨ ਲੈਂਦੇ ਆ। ਗੁਰੂ ਕਰਕੇ ਕਦੋਂ ਮੰਨਦੇ ਆ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਗੁਰੂ ਦਾ ਸਤਿਕਾਰ ਕਰਦੇ ਆ। ਮੈਂ ਇੱਕ ਇੱਥੇ ਵਚਨ ਕਹਿ ਦੇਵਾਂ ਤੁਹਾਨੂੰ, ਕਿਉਂਕਿ ਮੈਂ ਬਾਹਰੋਂ ਬੋਲਣ ਡਿਆ, ਜੋ ਸਾਡਾ ਮੇਨ ਪੁਆਇੰਟ ਹੈ ਉਹ ਤੇ ਨਹੀਂ, ਮੈਂ 2 ਮਿੰਟ ਬਾਹਰ ਲਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਵੱਡਾ ਜਿਹੜਾ ਸਤਿਕਾਰ ਹੈ ਨਾ, ਜੋ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਾ, ਕੀਰਤਨ ਹੁੰਦਾ ਹੋਵੇ, ਸ਼ਬਦ ਕੀਰਤਨ ਵਿਚਾਰਾਂ ਹੁੰਦੀਆਂ ਹੋਣ ਜਾਂ ਪਾਠ ਹੁੰਦਾ ਹੋਵੇ, ਬਾਣੀ ਸਿੰਘ ਪੜ੍ਹਦਾ ਹੋਵੇ, ਜਿਹੜਾ ਸਿੰਘ ਬੈਠ ਕੇ ਸੁਣਦਾ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਦਾ। ਸਮਝਦੇ ਨਾ ਗੱਲ? ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਦਾ। ਤੇ ਜਿਹੜਾ ਪਿਆਰ ਨਾਲ ਬਹਿ ਕੇ ਸੁਣਦਾ ਹੈ, ਕੀਰਤਨ ਹੈ, ਪਾਠ ਹੈ ਜਾਂ ਕਥਾ ਹੈ, ਉਹਨੂੰ ਪਿਆਰ ਨਾਲ ਬਹਿ ਕੇ ਸੁਣਦਾ, ਉਹ ਸਤਿਕਾਰ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਇਹ ਸਾਡੇ ਵਾਸਤੇ ਸਮਝਣ ਦੀ ਲੋੜ ਹੈ ਇਸ ਗੱਲ ਨੂੰ। ਹੁਣ ਗੱਲਾਂ ਬਾਤਾਂ ਨੂੰ ਸੰਕੋਚੋ ਤੇ 5-7 ਮਿੰਟ, ਮੈਂ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਮੈਂ ਨਕੋਦਰ ਜਾਣਾ। ਭਾਈ ਸਾਹਿਬ ਹੁਣਾਂ ਨੇ ਸ਼ਬਦ ਪੜ੍ਹਿਆ ਕਿ ਦੁਨੀਆ ਦੇ ਵਿੱਚ ਮਨੁੱਖ ਦੀਆਂ ਜਿਹੜੀਆਂ ਨਾਸਕਾਵਾਂ ਨੇ, ਜਿਹਨੂੰ ਆਪਾਂ ਨੱਕ ਕਹਿੰਦੇ ਆ, ਕੰਨ ਨੇ, ਨੱਕ ਨੇ, ਅੱਖਾਂ ਨੇ, ਜੀਭ ਹੈ, ਇਹ ਸਾਰੀ ਜ਼ਿੰਦਗੀ 10 ਬਾਲਤਨ 20 श्रवण 30 का सुंदर कहावै 40 पुर हुए 85 पाखिसै 60 का बुढ़ापा आवे 70 का मदहीन 80 का व्यवहार न पावे। ਇਹਦੇ ਇਸ ਤਰ੍ਹਾਂ ਹੀ ਮਨੁੱਖ ਜਿਸ ਤਰ੍ਹਾਂ ਮਨੁੱਖ ਦੀ ਉਮਰ ਵੱਧਦੀ ਹੈ ਨਾ, ਮਨੁੱਖ ਦੀ ਜਿਹੜੀ ਸੋਚਣ ਸ਼ਕਤੀ ਦਾ ਦਾਇਰਾ ਹੈ ਉਹ ਵੀ ਵੱਧਦਾ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਜਾਣ ਪਛਾਣ। ਉਹਦੇ ਵਿੱਚ ਵੀ ਮਨੁੱਖ ਦੀ ਜ਼ਿੰਦਗੀ ਵਿੱਚ ਉਹ ਵੀ ਵੱਧਦਾ ਹੈ।
ਜਿਹਨੂੰ ਗੁਰਬਾਣੀ ਵਿੱਚ ਆਖਿਆ ਗਿਆ, ਪਹਿਲਾ ਪਿਆਰ ਲੱਗਾ ਥਣ ਦੁੱਧ। ਆਰੰਭਤਾ ਕਰ ਦਿੱਤੀ ਇੱਥੋਂ। ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਕੇਵਲ ਬੱਚੇ ਨੂੰ ਦੁੱਧ ਮੀਨਸ ਖਾਣ ਪੀਣ ਤੱਕ ਸੀਮਤ ਹੈ, ਵੀ ਮੈਨੂੰ ਦੁੱਧ ਮਿਲ ਗਿਆ ਬਸ। ਉਹਨੂੰ ਕੋਈ ਪਤਾ ਨਹੀਂ ਮੇਰੀ ਮਾਂ ਕਿਹੜੀ ਹੈ ਤੇ ਪਿਓ ਕਿਹੜਾ, ਨਹੀਂ ਪਤਾ ਉਹਨੂੰ। ਧਿਆਨ ਦਿਓ, ਕੇਵਲ ਬੱਚੇ ਨੂੰ ਇੰਨਾ ਕੁ ਪਤਾ ਹੈ ਵੀ ਮੈਂ ਦੁੱਧ, ਮੈਨੂੰ ਮੇਰੇ ਵਾਸਤੇ ਦੁੱਧ ਹੀ ਜੀਵਨ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਮਾਣ ਹੈ ਵੀ ਪਹਿਲਾ ਪਿਆਰ ਲੱਗਾ ਥਣ ਦੁੱਧ। ਬੱਚੇ ਨੂੰ ਜਨਮ ਲੈਂਦਿਆਂ ਹੀ ਦੁੱਧ ਨਾਲ ਪਿਆਰ ਹੈ, ਮਾਂ ਪਿਓ ਨਾਲ ਕੋਈ ਪਿਆਰ ਨਹੀਂ। ਜਨਮ ਲੈਂਦਿਆਂ ਹੀ ਜੇਕਰ ਬੱਚੇ ਨੂੰ ਪਾਸੇ ਕਰ ਦਿੱਤਾ ਜਾਵੇ ਤੇ ਉਹਨੂੰ ਪਤਾ ਨਹੀਂ ਲੱਗਣਾ ਵੀ ਮੇਰੇ ਮਾਂ ਪਿਓ ਕਿਹੜੇ ਨੇ। ਧਿਆਨ ਰੱਖਣਾ ਇਸ ਗੱਲ ਨੂੰ। ਦੂਜੇ ਨੰਬਰ ਤੇ, ਦੂਜੇ ਮਾਏ ਬਾਪ ਕੀ ਸੁਧ। ਜਦੋਂ ਕੁਝ ਵੱਡਾ ਹੁੰਦਾ ਹੈ ਨਾ, 4 ਦਿਨ 2 ਦਿਨ ਤੇ ਉਹਨੂੰ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਵੀ ਮੈਨੂੰ ਦੁੱਧ ਕੌਣ ਦਿੰਦਾ ਹੈ, ਦੁੱਧ ਪਿਲਾਉਣ ਵਾਲਾ ਕੌਣ ਹੈ, ਮਾਂ। ਪਿਆਰ ਕਰਨ ਵਾਲਾ ਕੌਣ ਹੈ, ਪਿਓ। ਫਿਰ ਉਹਨੂੰ ਥੋੜੀ ਸਮਝ ਆਣੀ ਸ਼ੁਰੂ ਹੋ ਜਾਂਦੀ ਵੀ ਨਹੀਂ, ਕੱਲੇ ਦੁੱਧ ਤੱਕ ਮੈਂ ਸੀਮਤ ਨਹੀਂ, ਮੇਰੀ ਜਨਮਦਾਤੀ ਜਿਹਨੇ ਮੈਨੂੰ ਜਨਮ ਦਿੱਤਾ ਹੈ ਉਹ ਮੇਰੀ ਮਾਂ ਹੈ। ਉਹਨੂੰ ਸਮਝ ਆਉਂਦੀ, ਥੋੜਾ ਗਿਆਨ ਹੁੰਦਾ, ਕਿਉਂਕਿ ਗਿਆਨ ਦੇ ਵਿੱਚ ਵਡੋਤਰ ਹੁੰਦੀ ਹੈ, ਗਿਆਨ ਵੱਧਦਾ ਹੈ। ਸਮਝ ਆਉਂਦੀ ਹੈ ਕਿ ਮੇਰੀ ਮਾਂ ਵੀ ਹੈ, ਮੇਰਾ ਪਿਓ ਵੀ ਹੈ। ਤੀਜੇ ਭਈਆ ਭਾਬੀ ਬੇਬ। ਚੌਥੇ ਪਿਆਰ ਉਪੰਨੀ ਖੇਡ। ਪੰਜਵੇਂ ਖਾਣ ਪੀਣ ਕੀ ਧਾਤ। ਛੇਵੇਂ ਕਾਮ ਨਾ ਪੁੱਛੈ ਜਾਤ। ਜਿਸ ਤਰ੍ਹਾਂ ਮਨੁੱਖ ਦੀ ਉਮਰ ਵੱਧਦੀ ਚਲੀ ਜਾਂਦੀ ਹੈ ਨਾ, ਮਨੁੱਖ ਦਾ ਦਾਇਰਾ ਵੀ ਵੱਧਦਾ ਹੈ, ਬੱਚੇ ਦਾ ਦਾਇਰਾ ਵੀ ਵੱਧਦਾ ਹੈ। ਫਿਰ ਉਹ ਵੱਡਾ ਹੋਵੇਗਾ, ਮਾਪੇ ਦੀ ਸਮਝ ਆਉਣੀ ਹੈ। ਥੋੜਾ ਹੋਰ ਵੱਡਾ ਹੋਇਆ ਫਿਰ ਸਮਝ ਆਉਣੀ ਹੈ, ਮੇਰੇ ਭੈਣ ਵੀ ਨੇ, ਭਰਾ ਵੀ ਨੇ, ਚਾਚੇ ਵੀ ਨੇ, ਤਾਏ ਵੀ ਨੇ। ਜਦੋਂ ਘਰ ਤੋਂ ਬਾਹਰ ਨਿਕਲਦਾ ਤੇ ਫਿਰ ਉਹਨੂੰ ਇਹ ਵੀ ਸਮਝ ਆਉਂਦੀ ਹੈ ਕਿ ਕੇਵਲ ਪਰਿਵਾਰ ਨਹੀਂ, ਆਂਢ ਗੁਆਂਢ ਵੀ ਹੈ, ਇਹ ਤਾਂ ਨਗਰ ਵੀ ਹੈ। ਦਾਇਰਾ ਹੋਰ ਵਧਿਆ, ਕੁਝ ਵੱਡਾ ਹੋਇਆ, ਜਿਹਨੂੰ ਆਖਿਆ ਤੀਸਾ ਕਾ ਸੁੰਦਰ ਕਹਾਵਤ। ਜਦੋਂ ਇਹ ਉਮਰ ਦੇ ਵਿੱਚ ਬੱਚਾ ਜਾਂਦਾ ਤੇ ਉਹਨੂੰ ਸਮਝ ਆਉਂਦੀ ਹੈ ਕਿ ਮੈਂ ਖਾਵਾਂਗਾ ਪੀਵਾਂਗਾ। ਪੰਜਵੇਂ ਖਾਣ ਪੀਣ ਕੀ ਧਾਤ। ਛੇਵੇਂ ਕਾਮ ਨਾ ਪੁੱਛਿਆ ਜਾਤ। ਇਹ ਅਵਸਥਾਵਾਂ ਬੰਦੇ ਤੇ ਆਉਂਦੀਆਂ ਨੇ। ਜੋ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ, ਮਨੁੱਖ ਦੀਆਂ ਜਿਹੜੀਆਂ ਅੱਖਾਂ ਨੇ, ਜਿਹੜੀ ਜੀਭ ਹੈ, ਕੰਨ ਨੇ, ਸਾਰੀ ਜ਼ਿੰਦਗੀ ਕੀ ਹੈ? ਕੰਨ ਕੇਵਲ ਲੋਚਦੇ ਨੇ ਕਿ ਮੇਰੇ ਕੰਨਾਂ ਦੇ ਵਿੱਚ ਕੇਵਲ ਉਹ ਗੱਲਾਂ ਪੈਣ ਜਿਹਦੇ ਨਾਲ ਮੈਨੂੰ ਰਸ ਆਵੇ, ਜਿਹਨੂੰ ਬਾਣੀ ਵਿੱਚ ਆਖਿਆ ਤੁਰਦੇ ਕੋ ਤੁਰਦਾ ਮਿਲੇ, ਊੜਤੇ ਕੋ ਊੜਤਾ, ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਜਿਸ ਤਰ੍ਹਾਂ ਦੀ ਮਨੁੱਖ ਦੀ ਆਪਣੀ ਸੋਚਣ ਸ਼ਕਤੀ ਹੁੰਦੀ ਹੈ, ਜਾਂ ਸਮਝ ਲਈਏ ਜਿਸ ਤਰ੍ਹਾਂ ਦਾ ਮਨੁੱਖ ਦਾ ਆਪਣਾ ਸੁਭਾਅ ਹੁੰਦਾ ਹੈ, ਮਨੁੱਖ ਕੋਸ਼ਿਸ਼ ਕਰਦਾ ਹੈ ਵੀ ਮੇਰੇ ਨਾਲ ਦਾ ਹੀ ਮਨੁੱਖ ਮੈਨੂੰ ਮਿਲੇ, ਜੋ ਮੇਰੀ ਹਾਂ ਵਿੱਚ ਹਾਂ ਮਿਲਾਵੇ। ਜੋ ਮੈਂ ਕਹਾਂ, ਮੈਂ ਨਿੰਦਿਆ ਕਰਾਂ ਲੋਕ ਸੁਣਨ, ਮੈਂ ਚੁਗਲੀ ਕਰਾਂ ਲੋਕ ਸੁਣਨ, ਕਿਉਂਕਿ ਨਾਲ ਦੇ ਹੋਣਗੇ ਤਾਂ ਸੁਣਨਗੇ ਨਾ। ਜੇਕਰ ਸੁਣਨ ਵਾਲਾ ਹੀ ਕੋਈ ਨਹੀਂ ਤੇ ਫਿਰ ਗੁਰਮੁਖੋ ਕਰਨ ਵਾਲਾ ਵੀ ਕੋਈ ਨਹੀਂ ਰਹਿਣਾ। ਕਰਦਾ ਉਦੋਂ ਹੈ ਜਦੋਂ ਸੁਣਨ ਵਾਲਾ ਤਿਆਰ ਹੋਵੇ, ਜਦੋਂ ਸੁਣਨ ਵਾਲਾ ਨਹੀਂ ਤੇ ਫਿਰ ਕਰਨ ਵਾਲਾ ਵੀ ਬੰਦ ਕਰ ਜਾਵੇਗਾ। ਬਾਣੀ ਨੇ ਇੱਥੇ ਇੱਕ ਸਮਝੌਤਾ ਦਿੱਤਾ ਮਨੁੱਖ ਨੂੰ ਸਮਝਾਉਣ ਦੇ ਲਈ ਕਿ ਜਿਹੜੇ ਤੇਰੇ ਕੰਨ ਬਣੇ ਨੇ, ਇਹ ਲੋਕਾਂ ਦੀਆਂ ਗੱਲਾਂ ਸੁਣਨ ਵਾਸਤੇ ਨਹੀਂ। ਕਾਹਦੇ ਵਾਸਤੇ ਬਣੇ ਨੇ? ਇਹ ਸਰਵਣੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ। ਸਰਵਣੋ ਮੀਨਸ ਕੰਨ। ਇਹ ਸਰਵਣੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ। ਸਾਚੈ ਸੁਣਨੈ ਨੂੰ ਪਠਾਏ। ਕਾਹਦੇ ਵਾਸਤੇ ਕੰਨ ਨੇ? ਇਹ ਸੁਣੋ ਹੋ ਸਤ ਬਾਣੀ। ਇਹ ਜਿਹੜੇ ਕੰਨ ਸਾਨੂੰ ਰੱਬ ਨੇ ਦਿੱਤੇ ਨੇ, ਕਾਹਦੇ ਵਾਸਤੇ ਦਿੱਤੇ ਨੇ? ਬਾਣੀ ਸੁਣਨ ਵਾਸਤੇ, ਬਾਣੀ ਨੂੰ ਸਮਝਣ ਵਾਸਤੇ। ਕਥਾ ਕਹਾਣੀਆਂ ਜਿਹੜੀਆਂ ਗੁਰੂਆਂ ਦੀਆਂ ਕਥਾ ਕਹਾਣੀਆਂ ਨੇ, ਉਹਨਾਂ ਨੂੰ ਸੁਣਨ ਵਾਸਤੇ ਨੇ, ਨਾ ਕਿ ਇਹ ਗੰਦੇ ਗੀਤ ਸੁਣਨ ਵਾਸਤੇ। ਜੀਵ ਹੈ, ਜੀਵ ਕਾਦੇ ਵਾਸਤੇ ਹੈ? ਜੀਵ ਹੈ ਬਾਣੀ ਪੜਨ ਵਾਸਤੇ। ਇੱਕ ਸ਼ਬਦ ਮੈਂ ਤੁਹਾਡੇ ਧਿਆਨ ਵਿੱਚ ਲਿਆ ਦੇਵਾਂ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਵਵੇ ਤੋਂ ਹੈ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਰਲਾਏ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਜਿਨ ਕੰਨ ਕੀਤੇ ਅੱਖੀ ਨਾਥ,
ਜਿਨ ਜਿਹਵਾ ਦਿੱਤੀ ਬੋਲੇ ਤਾਤ ਮੀਨਸ ਹੁੰਦਾ ਵੀ ਛੇਤੀ ਛੇਤੀ ਬੋਲਣਾ। ਰੱਬ ਨੇ ਸਾਨੂੰ ਕੰਨ, ਅੱਖ, ਨੱਕ, ਜੀਭ ਸਾਰਾ ਕੁਝ ਦਿੱਤਾ ਹੈ ਤੇ ਜਿਹੜੀ ਜੀਭ ਹੈ ਉਹ ਇੰਨੀ ਕੁ ਛੇਤੀ ਬੋਲਦੀ ਹੈ, ਇੰਨੀ ਕੁ ਛੇਤੀ ਬੋਲਦੀ ਹੈ, ਬਾਣੀ ਪੜਨ ਲੱਗਿਆ ਨਹੀਂ ਬੋਲਦੀ, ਗੱਲਾਂ ਕਰਨ ਲੱਗਿਆ ਬੋਲਦੀ ਹੈ। ਜੇਕਰ ਹੁਣ ਮੈਂ ਕਹਿ ਦੇਵਾਂ ਨਾ ਸੰਗਤ ਨੂੰ ਕਹਾਂ ਵੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ, ਕਿਸੇ ਦੀ ਆਵਾਜ਼ ਨਹੀਂ ਜੀ ਆਉਣੀ, ਬਿਲਕੁਲ ਨਹੀਂ ਆਉਣੀ। ਤੇ ਗੱਲਾਂ ਦੀ ਆਵਾਜ਼ ਗੁਆਂਢੀਆਂ ਦੇ ਘਰ ਵੀ ਜਾਂਦੀ ਹੋਵੇਗੀ, ਸਾਡਾ ਬੋਲਣਾ ਇੰਨਾ ਉੱਚਾ ਹੈ। ਸੰਤ ਈਸਰ ਸਿੰਘ ਰਾੜਾ ਸਾਹਿਬ ਉਹ ਗੁਰੂ ਨਾਨਕ ਦੀ ਸੰਗਤ ਨੂੰ ਇੱਕ ਬੇਨਤੀ ਬਾਰ-ਬਾਰ ਕਰਦੇ ਸੀ, ਹਰ ਇੱਕ ਦੀਵਾਨ ਦੇ ਵਿੱਚ ਕਰਦੇ ਸੀ ਕਿ ਜਦੋਂ ਸੰਗਤ ਦੇ ਵਿੱਚ ਬੈਠੇ ਹੋਈਏ ਤੇ ਕਿਤੇ ਬੁਲਾਲਾ ਜਿਹੜਾ ਬੁਲਾਰਾ ਹੁੰਦਾ ਜਾਂ ਰਾਗੀ ਸਿੰਘ ਹੁੰਦੇ ਨੇ ਜਾਂ ਤਾਬਿਆਂ ਤੇ ਬੈਠਾ ਸਿੰਘ ਹੁੰਦਾ, ਜਦੋਂ ਉਹ ਸਤਨਾਮ ਵਾਹਿਗੁਰੂ ਦਾ ਹੋਕਾ ਦੇਵੇ ਤੇ ਜਿੰਨੀ ਕੁ ਤੁਹਾਡੀ ਆਵਾਜ਼ ਹੈ ਉਹ ਆਵਾਜ਼ ਨੂੰ ਚੁਰਾਉਣਾ ਨਹੀਂ, ਉਹ ਆਵਾਜ਼ ਨੂੰ ਦਬਾਉਣਾ ਨਹੀਂ। ਜਿੰਨੀ ਕੁ ਆਵਾਜ਼ ਹੈ ਉਨੀ ਕੁ ਆਵਾਜ਼ ਦੇ ਵਿੱਚ ਉਹਦਾ ਜਵਾਬ ਦੇਣਾ ਚਾਹੀਦਾ ਹੈ। ਤੇ ਜਿਹੜਾ ਆਪਣੀ ਆਵਾਜ਼ ਨੂੰ ਦਬਾ ਲਵੇ ਉਹ ਗੁਰੂ ਨਾਨਕ ਦਾ ਚੋਰ ਹੈ, ਗੁਰੂ ਨਾਨਕ ਦਾ ਚੋਰ ਹੈ ਜਿਹੜਾ ਆਪਣੀ ਆਵਾਜ਼ ਨੂੰ ਦਬਾ ਲਵੇ। ਪਰਮੇਸ਼ਰ ਨੇ ਜਿਹੜੀਆਂ ਇਹ ਵਸਤੂਆਂ ਦਿੱਤੀਆਂ ਨੇ, ਜਿਹਨੂੰ ਬਾਣੀ ਵਿੱਚ ਆਖਿਆ 10 ਵਸਤੂ ਲੈ ਪਾਛੈ ਪਾਵੈ, ਇਸ ਤਰ੍ਹਾਂ ਆਖਿਆ ਨਾ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਭੀ ਨਾ ਦੇ 10 ਭੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ। ਗੁਰੂ ਅਰਜਨ ਸਾਹਿਬ ਨੇ ਫੈਸਲਾ ਦਿੱਤਾ, ਚੇਤੇ ਰੱਖੀ ਇੱਕ ਗੱਲ, ਜਿੱਥੇ ਰੱਬ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ, 10 ਵਸਤੂ ਭਾਵ ਹੁੰਦਾ ਵੀ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ। ਵਿਦਵਾਨ ਸੱਜਣਾ ਨੇ 10 ਵਸਤੂ ਦੇ ਅਰਥ ਸਰੀਰ ਦੇ ਅੰਗ ਵੀ ਕੀਤਾ, ਜਿਵੇਂ ਅੱਖਾਂ ਨੇ, ਕੰਨ ਨੇ, ਨੱਕ ਨੇ, ਸਰੀਰ ਹੈ, ਇਹ ਵੀ ਅਰਥ ਕੀਤਾ ਹੈ। 10 ਵਸਤੂ ਬਹੁਤ ਕੁਝ ਜੋ ਮਾਪਿਓ ਨੇ, ਸਾਡਾ ਘਰ-ਬਾਰ ਹੈ, ਧਨ ਦੌਲਤ ਹੈ, ਭਾਈ ਭੈਣ ਨੇ, ਇਹ ਵੀ ਗਿਣਤੀ ਆਉਂਦੀ ਹੈ। ਪਰ ਏਕ ਵਸਤ ਕਾਰਨ ਵਿਖੋਟ ਗਵਾਵੈ, ਕਹਿੰਦੇ ਜੇਕਰ ਬੰਦੇ ਨੂੰ ਕਿਤੇ ਅਰਦਾਸ ਕੀਤੀ, ਮੰਨ ਲਓ ਆਪਾਂ ਅਰਦਾਸ ਕੀਤੀ, ਸਾਡੀ ਅਰਦਾਸ ਪੂਰੀ ਨਾ ਹੋਵੇ, ਬੰਦਾ ਕੀ ਕਹਿੰਦਾ? ਫਿਰ ਮਨੁੱਖ ਕਹਿੰਦਾ ਵੀ ਮੈਂ ਅੱਜ ਤੋਂ ਬਾਅਦ ਗੁਰਦੁਆਰੇ ਨਹੀਂ ਜਾਣਾ, ਅੱਜ ਤੋਂ ਬਾਅਦ ਮੈਂ ਸੰਗਤ ਨਹੀਂ ਕਰਨੀ, ਮੈਂ ਅੱਜ ਤੋਂ ਬਾਅਦ ਨਿਤਨੇਮ ਵੀ ਨਹੀਂ ਕਰਨਾ। ਇਸ ਤਰ੍ਹਾਂ ਮਨੁੱਖ ਦੇ ਨਾਲ ਵਾਪਰਦਾ ਹੈ। ਪਰ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਲਿਆ ਇੱਕ ਗੱਲ ਚੇਤੇ ਰੱਖ, ਰੱਬ ਨੇ ਵੇਖ ਤੇਰਾ ਖਾਣ ਪੀਣ ਦਾ ਕਿੱਡਾ ਵੱਡਾ ਪ੍ਰਬੰਧ ਕੀਤਾ ਹੈ, ਤੈਨੂੰ ਕਿੰਨਾ ਕੁਝ ਦਿੱਤਾ ਹੈ। ਵਾਹਿਗੁਰੂ ਪਰਮੇਸ਼ਰ ਨੇ ਜਨਮ ਤੋਂ ਲੈ ਕੇ ਤੇ ਬੁਢੇਪੇ ਤੱਕ, ਜਨਮ ਤੋਂ ਲੈ ਕੇ ਤੇ ਬੁਢੇਪੇ ਤੱਕ, ਮੈਂ ਇੱਕ ਪੰਕਤੀ ਤੁਹਾਡੇ ਧਿਆਨ ਵਿੱਚ ਲਿਆ ਦੇਵਾਂ, ਇਹਦੀ ਵਿਆਖਿਆ ਕਰਾਂ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਧ ਸੈਨ। ਬਿਰਧ ਜਦੋਂ ਤੂੰ ਜਨਮ ਤੋਂ ਲੈ ਕੇ ਤੇ ਇਹ ਅਵਸਥਾ ਤੱਕ ਤੇਰੀ ਪਰਵਰਿਸ਼ ਰੱਬ ਕਰਦਾ ਹੈ, ਸਾਰੇ ਪ੍ਰਬੰਧ ਕੀਤੇ ਨੇ। ਬਿਰਧ ਭਇਆ ਜਦੋਂ ਤੂੰ ਬਜ਼ੁਰਗ ਹੋਵੇਂਗਾ ਉਦੋਂ ਰੱਬ ਨੇ ਇੱਕ ਪ੍ਰਬੰਧ ਕੀਤਾ, ਉਹ ਕੀ ਹੈ? ਸਾਕ ਸੈਨ। ਸਾਕ ਸੈਨ ਭਾਵ ਹੁੰਦੇ ਤੇਰੇ ਪੁੱਤਰ, ਭਤੀਜੇ, ਚਾਚੇ, ਤਾਏ, ਜਿਹੜੇ ਸਾਕ ਸੰਬੰਧੀ ਨੇ। ਜਦੋਂ ਤੂੰ ਬਜ਼ੁਰਗ ਹੋਵੇਂਗਾ ਤੇ ਉਹ ਤੇਰੀ ਸੰਭਾਲ ਕਰਨਗੇ, ਆਖੋ ਸਤਨਾਮ ਵਾਹਿਗੁਰੂ, ਉਹ ਤੇਰੀ ਸੰਭਾਲ ਕਰਨਗੇ। ਗੁਰੂ ਅਰਜਨ ਸਾਹਿਬ ਨੇ ਫੈਸਲਾ ਕੀ ਦਿੱਤਾ ਕਿ ਜੇਕਰ ਤੂੰ ਗੁਰੂ ਤੋਂ ਮੂੰਹ ਕਰ ਹੋਣਾ, ਫਿਰ ਚੇਤੇ ਰੱਖੀ ਭਲਿਆ ਇੱਕ ਗੱਲ, ਜਿਸ ਠਾਕੁਰ ਸਿਓ ਨਾਹੀ ਚਾਰਾ, ਏਕ ਭੀ ਨਾ ਦੇ 10 ਭੀ ਹਿਰਲੇ, ਤੋ ਮੂੜਾ ਕਹੂ ਕਹਾ ਕਰੇ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਕਹਿੰਦੇ ਜਿਹੜਾ ਤੂੰ ਮੰਗਦਾ ਹੈ ਤੈਨੂੰ ਉਹ ਵੀ ਨਾ ਮਿਲੇ, ਤੇ ਜਿਹੜੇ ਤੇਰੇ ਕੋਲ ਨੇ ਉਹ ਵੀ ਤੇਰੇ ਪਾਸੋਂ ਖੋਹ ਲਵੇ, ਰੱਬ ਦਾ ਤੂੰ ਕੀ ਕਰੇਗਾ? ਕੁਛ ਨਹੀਂ ਕਰ ਸਕਦਾ। ਤੇਰੇ ਕੋਲ ਇੰਨੀ ਤਾਕਤ ਨਹੀਂ ਵੀ ਤੂੰ ਉਹਦੇ ਨਾਲ ਲੜੇ, ਨਹੀਂ ਲੜ ਸਕਦਾ, ਕਿਉਂਕਿ ਉਹ ਸਮਰੱਥ ਗੁਰੂ ਹੈ, ਵਾਹਿਗੁਰੂ ਪਰਮੇਸ਼ਰ ਹੈ।
ਇੱਕ ਛਿਣ ਦੇ ਵਿੱਚ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਉਹਦੀ ਇੰਨੀ ਪਾਵਰ ਹੈ। ਅੰਦਲੇ ਤਿਰ ਭਵਨ ਸੂਜਿਆ ਗੁਰ ਭੇਟ ਪੁਨੀਤਾ, ਉਹ ਵਾਹਿਗੁਰੂ ਪਰਮੇਸ਼ਰ ਵਿੱਚ ਇੰਨੀ ਸਮਰਥਾ ਹੈ, ਚਾਹੇ ਤਾਂ ਇੱਕ ਛਿਣ ਦੇ ਵਿੱਚ ਪਿੰਗਲ ਬੰਦੇ ਨੂੰ ਪਰਬਤ ਤੇ ਚਾੜ ਸਕਦਾ ਹੈ। ਉਹਦੀ ਆਪਣੀ ਮੋਜ ਹੋਵੇ ਤੇ ਗੂੰਗੇ ਤੋਂ ਗਿਆਨ ਦੀਆਂ ਗੱਲਾਂ ਕਰਾ ਸਕਦਾ ਹੈ, ਇੰਨੀ ਪਾਵਰ ਹੈ ਉਹਦੇ ਵਿੱਚ। ਨਾਰੀ ਤੇਜੋ ਪੁਰਖ ਕਰਾਵੇ ਪੁਰਖਨ ਤੇਜੋ ਨਾਰੀ, ਦੇਖੋ ਪਰਮੇਸ਼ਰ ਦੀ ਸਮਰਥਾ। ਆਪਾਂ ਕੀ ਉਹਦੇ ਨਾਲ ਮੱਥਾ ਲਾਵਾਂਗੇ? ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰ, ਗੁਰਮੁਖਾਂ ਦੀ ਭਲੇ ਪੁਰਸ਼ਾਂ ਦੀ ਸੰਗਤ ਕਰਿਆ ਕਰ। ਮੈਂ ਇੱਕ ਛੋਟਾ ਜਿਹਾ ਪ੍ਰਮਾਣ ਇੱਥੇ ਦੇਵਾਂਗਾ, 5-10 ਮਿੰਟ ਲੱਗਣਗੇ। ਬਾਬਾ ਭਗਤ ਪੀਪਾ ਜੀ ਹੋਏ ਨੇ, ਸੁਣਿਆ ਨਾ? ਪੀਪਾ ਪ੍ਰਣ ਮੈਂ ਪਰਮ ਤਤ ਹੈ ਸਤਿਗੁਰ ਹੋਏ ਲਖਾਵੈ, ਜਿਹਨੂੰ ਆਖਿਆ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਭਗਤ ਪੀਪਾ ਜੀ ਦਾ ਜਿਹੜਾ ਜੀਵਨ ਸੀ, ਸਵੇਰੇ ਉੱਠਣਾ, ਰੱਬ ਦੀ ਯਾਦ ਵਿੱਚ ਜੁੜ ਜਾਣਾ, ਵਕਤ ਸੀ, ਟਾਈਮ ਸੀ, ਕਾਰ ਕਰਨੀ ਤੇ ਜਿੰਨੀ ਕੁ ਲੋੜ ਗੁਜ਼ਾਰੇ ਜੋਗੀ ਕੋ ਕਾਰ ਕਰਨੀ ਤੇ ਆਪਣੇ ਆਸਣ ਤੇ ਕੁਟਿਆ ਵਿੱਚ ਆ ਜਾਣਾ ਤੇ ਰੱਬ ਦਾ ਨਾਮ ਲੈਣਾ। ਧਿਆਨ ਦਿਓ, ਅੱਜ ਸ਼ਾਮ ਦਾ ਵਕਤ ਹੈ। ਅੱਜ ਆਪਾਂ ਬਾਬਾ ਬਲਦੇਵ ਸਿੰਘ ਦੀ ਯਾਦ ਵਿੱਚ ਜੁੜੇ, ਤਾਂ ਕਰਕੇ ਮੈਂ ਇਹ ਪ੍ਰਮਾਣ ਤੁਹਾਡੇ ਸਾਹਮਣੇ ਲਾਇਆ। ਬਾਬਾ ਬਲਦੇਵ ਸਿੰਘ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇ ਸੰਗੀ ਰਹੇ ਤੇ ਜਿਨ੍ਹਾਂ ਨੇ 84 ਦੇ ਗੇੜ ਦੇ ਵਿੱਚ ਦਿੱਲੀ ਸ਼ਹਿਰ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਦੋਂ ਉੱਥੇ ਹਿੰਦੂਤਵ ਕੁਝ ਸ਼ਰਾਰਤੀ ਅਨਸਰਾਂ ਨੇ ਉੱਥੇ ਹੱਲਾ ਕੀਤਾ ਤੇ ਇਹਨਾਂ ਨੇ ਕੀ ਕੀਤਾ, ਮਹਾਰਾਜ ਸਰੂਪ ਆਪਣੇ ਸਿਰ ਤੇ ਰੱਖ ਕੇ ਤੇ ਬਾਹਰ ਦੌੜ ਪਏ ਸੀ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਕੋਈ ਬੇਅਦਬੀ ਨਾ ਕਰੇ। ਪਰ ਉਹਨਾਂ ਜਿਹੜੇ ਸ਼ਰਾਰਤੀ ਅਨਸਰ ਸਨ, ਉਹਨਾਂ ਨੇ ਗੋਲੀ ਮਾਰ ਦਿੱਤੀ ਸੀ। ਇਹਨਾਂ ਦੇ ਗੋਲੀ ਵੱਜੀ ਸੀ, ਪਰ ਉੱਥੇ ਇੱਕ ਨਾਲ ਦੇ ਇੱਕ ਸਿੰਘ ਨੇ, ਸਾਧੂ ਸੰਤਾਂ ਨੇ ਆ ਕੇ ਇਹਨਾਂ ਦੀ ਸਪੋਰਟ ਕੀਤੀ। ਬੋਲੇ ਸੋ ਨਿਹਾਲ। ਤਾਂ ਕਰਕੇ ਮੈਂ ਜ਼ਿਕਰ ਕਰਨ ਲੱਗਾ ਹਾਂ, ਇਹ ਪ੍ਰਮਾਣ ਮੈਂ ਤਾਂ ਦੇਣ ਲੱਗਾ ਹਾਂ। ਭਗਤ ਪੀਪਾ ਜੀ ਦੀ ਕੁਟਿਆ ਦੇ ਵਿੱਚ ਅੱਜ ਸ਼ਾਮ ਦਾ ਟਾਈਮ ਹੈ ਤੇ ਇੱਕ ਸੁਦਾਗਰ ਆਉਂਦਾ। ਸੁਦਾਗਰ ਗੱਲ ਬੜੀ ਕਮਾਲ ਦੀ ਹੈ, ਜੇਕਰ ਸੁਣ ਲਓਗੇ ਤੇ ਭਲਾ ਹੋ ਜਾਵੇਗਾ। ਸੁਦਾਗਰ ਆਇਆ, ਸੁਦਾਗਰ ਆਣ ਕੇ ਕਹਿੰਦਾ ਕਿ ਮੇਰੇ ਕੋਲ ਕੁਝ ਸਮਾਨ ਹੈ ਤੇ ਰਾਤ ਦਾ ਵਕਤ ਹੈ, ਮੈਂ ਆਪਣੇ ਨਗਰ ਤੱਕ ਲੈ ਕੇ ਜਾਵਾਂਗਾ, ਇਹ ਸਮਾਨ ਚੱਕ ਕੇ ਤੁਸੀਂ ਲੈ ਕੇ ਜਾਣਾ। ਕਿਉਂਕਿ ਪਤਾ ਸੀ ਇਹ ਕੰਮ ਕਰਦੇ ਨੇ, ਕਿਰਤੀ ਨੇ। ਜੋ ਦਿਹਾੜੀ ਹੈ, ਦਿਹਾੜੀ ਤੋਂ ਡਬਲ ਦਿਹਾੜੀ ਮੈਂ ਦੇਵਾਂਗਾ। ਭਗਤ ਪੀਪਾ ਜੀ ਕਹਿਣ ਲੱਗੇ ਦਿਹਾੜੀ ਤਾਂ ਮੈਂ ਲਵਾਂਗਾ ਪਰ ਡਬਲ ਨਹੀਂ ਲੈਣੀ। ਦਿਹਾੜੀ ਲਵਾਂਗਾ, ਡਬਲ ਨਹੀਂ ਲੈਣੀ। ਦਿਹਾੜੀ ਵੀ ਲਵਾਂਗਾ ਪਰ ਨਾਲ ਇੱਕ ਸ਼ਰਤ ਵੀ ਮੇਰੀ ਹੋਣੀ ਹੈ। ਸੁਦਾਗਰ ਸੋਚਣ ਲੱਗਾ ਵੀ ਸ਼ਾਇਦ ਸ਼ਰਤ ਹੋਵੇਗੀ ਵੀ ਤਿਰਪਲ ਲੈਣੀ ਹੋਵੇਗੀ, 3 ਗੁਣਾ ਵੱਧ ਲੈਣੀ ਹੋਵੇਗੀ, 4 ਗੁਣਾ ਵੱਧ ਲੈਣੀ ਹੋਵੇਗੀ, ਕਿਉਂਕਿ ਰਾਤ ਦਾ ਵਕਤ ਹੈ। ਸੁਦਾਗਰ ਕਹਿੰਦਾ ਮੈਨੂੰ ਮਨਜ਼ੂਰ ਹੈ, ਜੋ ਤੁਸੀਂ ਦਿਹਾੜੀ ਲਓਗੇ ਮੈਂ ਦੇਵਾਂਗਾ, ਸੋ ਸਮਾਨ ਮੇਰੇ ਘਰ ਛੱਡ ਕੇ ਆਓ। ਭਗਤ ਪੀਪਾ ਜੀ ਕਹਿਣ ਲੱਗੇ ਦਿਹਾੜੀ ਮੇਰੀ ਇਹ ਹੋਵੇਗੀ, ਜਾਂ ਤੇ ਰੱਬ ਦੀ ਗੱਲ ਤੂੰ ਸੁਣਾਵੇਂਗਾ ਜਾਂ ਮੇਰੇ ਪਾਸੋਂ ਸੁਣੇਗਾ, ਇਹ ਮੇਰੀ ਦਿਹਾੜੀ ਹੈ। ਸ਼ਰਤ ਮੇਰੀ ਇਹ ਹੋਣੀ ਹੈ ਵੀ ਜਦੋਂ ਮੈਂ ਤੇਰੇ ਘਰ ਜਾਵਾਂਗਾ ਮੈਨੂੰ ਲੰਗਰ ਪਾਣੀ ਵਾਸਤੇ ਨਹੀਂ ਕਹਿਣਾ, ਛਕਣ ਵਾਸਤੇ ਨਹੀਂ ਕਹਿਣਾ। ਸੁਦਾਗਰ ਬੜਾ ਖੁਸ਼ ਹੋਇਆ, ਕਹਿੰਦੇ ਰਾਤ ਦਾ ਵਕਤ, ਪੈਸੇ ਵੀ ਕੋਈ ਨਹੀਂ, ਇਹ ਕਿਹੜੀ ਗੱਲ ਹੈ ਵੀ ਰੱਬ ਦੀ ਗੱਲ ਨਹੀਂ ਆਉਂਦੀ, ਸੁਣ ਤਾਂ ਲਵਾਂਗੇ ਫਿਰ ਕੀ ਹੋਇਆ। ਸਾਨੂੰ ਬਹੁਤਿਆਂ ਨੂੰ ਰੱਬ ਦੀ ਗੱਲ ਸੁਣਾਣੀ ਨਹੀਂ ਆਉਂਦੀ, ਸੁਣਾਉਣੀ ਬੜੀ ਸੌਖੀ ਹੈ, ਸੁਣਨੀ ਬਹੁਤ ਔਖੀ ਹੈ, ਬਹੁਤ ਔਖੀ ਸੁਣਨੀ। ਸੁਣਿਆ ਨਹੀਂ ਜਾਂਦਾ। ਜੇਕਰ ਮਨੁੱਖ ਸੁਣ ਲਵੇ ਨਾ ਤੇ ਤੁਸੀਂ ਜਪਜੀ ਸਾਹਿਬ ਦੀਆਂ 4 ਪੌੜੀਆਂ ਪੜ੍ਹਿਓ। ਸੁਣਨ ਦੀ ਮਹਿਮਾ ਦੀ ਵਿਆਖਿਆ ਕੀਤੀ ਹੈ ਵੀ ਜਿਹੜਾ ਮਨੁੱਖ ਸੁਣ ਲਵੇ ਨਾ ਉਹਦੇ ਜੀਵਨ ਵਿੱਚ ਕੀ ਕੁਝ ਵਾਪਰ ਸਕਦਾ ਹੈ, ਉਹਦੇ ਜੀਵਨ ਦੇ ਵਿੱਚ ਕੀ ਕੁਝ ਪ੍ਰਾਪਤੀ ਕਰ ਸਕਦਾ ਸੁਣਨ ਦੇ ਨਾਲ ਹੀ। ਸੁਖਮਣੀ ਸਾਹਿਬ ਦੇ ਵਿੱਚ ਪਵਿੱਤਰ 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 ਪੁਨੀਤ, ਜਿਹੜਾ ਬਖਤਾ ਹੈ ਨਾ, ਬਖਤਾ ਬਖਤਾ ਕਹਿੰਦੇ ਨੇ ਬੋਲਣ ਵਾਲੇ ਨੂੰ, ਕੀ ਹੈ? ਪਵਿੱਤਰ ਪਵਿੱਤਰ ਪਵਿੱਤਰ।
ਫਿਰ ਕਿਤੇ ਜਾ ਕੇ ਇੱਕ ਪੁਨੀਤ ਪੈਦਾ ਹੁੰਦਾ ਹੈ। ਇੱਕ ਪਾਸੇ ਤਿੰਨ ਬਖਤੇ ਹੋਣ ਤੇ ਸਰੋਤਾ ਪੁਨੀਤ ਦਾ ਸ਼ਬਦ ਬਣਦਾ ਹੈ। ਸੁਣਨ ਵਾਲਾ ਪੁਨੀਤ ਹੈ, ਬੋਲਣ ਵਾਲਾ ਪਵਿੱਤਰ ਹੈ। ਬੋਲਣ ਵਾਲੇ ਨਾਲੋਂ 3 ਗੁਣਾ ਫਲ ਵੱਧ ਸੁਣਨ ਵਾਲੇ ਨੂੰ ਮਿਲਦਾ ਜੇਕਰ ਧਿਆਨ ਨਾਲ ਸੁਣ ਲਵੇ ਤਾਂ। ਅਸੀਂ ਸੁਣਦੇ ਕਿੱਥੇ ਹਾਂ? ਸਾਨੂੰ ਤੇ ਆਪਣੇ ਗੱਲਾਂ ਨਾਲ ਟਾਈਮ ਨਹੀਂ। ਭਗਤ ਪੀਪਾ ਜੀ ਤਿਆਰ ਹੋਏ, ਸੌਦਾਗਰ ਤਿਆਰ ਹੋ ਗਿਆ। ਕਹਿੰਦੇ ਮੈਨੂੰ ਬੜੀ ਸਖਤ ਪ੍ਰਵਾਨ ਹੈ, ਮੇਰਾ ਸਮਾਨ ਮੇਰੇ ਘਰ ਛੱਡ ਕੇ ਆਓ। ਭਗਤ ਪੀਪਾ ਜੀ ਕਹਿਣ ਲੱਗੇ ਰੱਬ ਦੀ ਗੱਲ ਸੁਣਾਉਣੀ ਹੈ ਕਿ ਸੁਣਨੀ ਹੈ? ਸੌਦਾਗਰ ਕਹਿੰਦਾ ਵੀ ਰੱਬ ਦੀ ਗੱਲ ਵੀ ਕੋਈ ਹੁੰਦੀ ਹੋਵੇਗੀ, ਇਹ ਮੈਂ ਪਹਿਲੀ ਵਾਰ ਸੁਣਿਆ, ਮੈਨੂੰ ਨਹੀਂ ਆਉਂਦੀ, ਤੁਸੀਂ ਸੁਣਾਓ, ਮੈਂ ਸੁਣਾਂਗਾ। ਹੁਣ ਜਦੋਂ ਪਹਿਲੀ ਵਾਰ ਬੰਦਾ ਸੰਗਤ ਕਰੇ, ਮਨ ਕਦੇ ਉੱਡਦਾ ਹੈ, ਕਦੇ ਟਿਕਦਾ ਹੈ, ਕਦੇ ਉੱਡਦਾ ਹੈ, ਕਦੇ ਟਿਕਦਾ ਹੈ। ਭਗਤ ਕਬੀਰ ਜੀ ਨੇ ਕੀ ਆਖਿਆ? ਕਬੀਰ ਮਨ ਪੰਖੀ ਭਇਓ, ਉੱਡ ਉੱਡਦਾ ਹੈ ਦਿਸ ਜਾਏ। ਆਖਿਆ ਨਾ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮਨੁੱਖ ਦੀ ਜਿਸ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਉਸ ਤਰ੍ਹਾਂ ਦਾ ਉਹਦਾ ਮਨ ਹੁੰਦਾ ਹੈ। ਜਿਸ ਤਰ੍ਹਾਂ ਦੀ ਬਿਰਤ ਉਹਦੀ ਸੰਗਤ ਹੋਵੇਗੀ ਉਸ ਤਰ੍ਹਾਂ ਦਾ ਉਹਦਾ ਮਨ ਹੋਵੇਗਾ। ਹੁਣ ਸੌਦਾਗਰ ਰੱਬ ਦੀ ਗੱਲ ਸੁਣਦਾ, ਰੱਬ ਦੀ ਗੱਲ ਸੁਣਨ ਲੱਗਿਆ ਕਦੇ ਮਨ ਟਿਕ ਜਾਂਦਾ ਹੈ, ਕਦੇ ਪਾਸੇ ਚਲਿਆ ਜਾਂਦਾ ਹੈ, ਕਾਰੋਬਾਰ ਵਿੱਚ ਚਲਿਆ ਜਾਂਦਾ ਹੈ, ਕਦੇ ਟਿਕ ਜਾਂਦਾ ਹੈ, ਕਦੇ ਕਾਰੋਬਾਰ ਵਿੱਚ ਚਲਿਆ ਜਾਂਦਾ ਹੈ। ਸਫ਼ਰ ਖਤਮ ਹੋਇਆ, ਘਰ ਦੇ ਵਿੱਚ ਸਮਾਨ ਰੱਖ ਦਿੱਤਾ ਤੇ ਸੌਦਾਗਰ ਕਹਿੰਦਾ ਕਿ ਕੁਝ ਖਾਣ ਪੀਣ ਦਾ ਮੈਂ ਪ੍ਰਬੰਧ ਕਰਾਂ, ਜਲ ਪਾਣੀ ਛਕ ਕੇ ਜਾਓ। ਭਗਤ ਜੀ ਕਹਿਣ ਲੱਗੇ ਨਹੀਂ, ਪਹਿਲਾ ਵਚਨ ਆਪਾਂ ਤੇਰੇ ਨਾਲ ਕੀਤਾ। ਚਾਰੇ ਪਾਸੇ ਵੇਖਿਆ, ਵੇਖ ਕੇ ਸੌਦਾਗਰ ਨੂੰ ਕਹਿਣ ਲੱਗੇ ਗੁਰਮੁਖਾ, ਤੇਰੇ ਨਾਲ ਕੁਝ ਸਤ ਸੰਗਤ ਕੀਤਾ, ਤੂੰ ਰੱਬ ਦੀ ਗੱਲ ਸੁਣੀ ਹੈ, ਸਾਡੇ ਪਾਸੋਂ ਸੁਣੀ ਹੈ, ਤੇਰੇ ਨਾਲ ਪਿਆਰ ਬਣ ਗਿਆ। ਇੱਕ ਆਮ ਜਿਹੜਾ ਸੰਸਾਰਿਕ ਮਨੁੱਖ ਹੈ ਉਹਦਾ ਜਿਹੜਾ ਸੰਬੰਧ ਹੈ ਨਾ, ਖਿਆਲ ਕਰੋ, ਜਿਹੜਾ ਆਮ ਸੰਸਾਰਿਕ ਮਨੁੱਖ ਦਾ ਸੰਬੰਧ ਹੈ ਜਿਹਨੂੰ ਆਪਾਂ ਪਿਆਰ ਕਹਿੰਦੇ ਆ, ਉਹ ਹੈ ਪਦਾਰਥਾਂ ਕਰਕੇ। ਪਦਾਰਥਾਂ ਕਰਕੇ ਪਿਆਰ ਹੈ। ਇੱਕ ਵਿਦਵਾਨ ਨੇ ਬਹੁਤ ਸੋਹਣਾ ਬੋਲਿਆ ਸੀ। विद्वान कहते हैं बनी बनी के चेहरे पर लाखों निशा होते हैं, बनी बनी के चेहरे पर लाखों निशा होते हैं, जब बन के बिगड़ जाती है दुश्मन हजार होते हैं, हजारों दोस्त होते हैं जब घर दरबार होता है, टूट जाता है मुसीबत में जो भी रिश्ता खास होता है। ये संसारिक प्यार है, प्यार कर दिया पदार्थां करके। मेरे धन श्री गुरु तेग बहादुर सतगुरु जी का अमृत शब्द पढ़ो, ਜਦੋਂ ਤੁਸੀਂ ਗੁਰੂ ਤੇਗ ਬਹਾਦਰ ਸਤਿਗੁਰੂ ਜੀ ਦਾ ਅੰਮ੍ਰਿਤ ਸ਼ਬਦ ਪੜੋਗੇ ਤੇ ਮੇਰੇ ਧੰਨ ਗੁਰੂ ਤੇਗ ਬਹਾਦਰ ਕਹਿੰਦੇ ਨੇ ਕਿ ਭਾਈ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚੋਹ ਦਿਸ ਘੇਰਾ, ਜਬ ਹੀ ਹੰਸ ਤਜੀ ਏ ਕਾਇਆ। ਵਾਹਿਗੁਰੂ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚੋਹ ਦਿਸ ਘੇਰਾ, ਵਿਪਤ ਪਾਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰਾ, घर की नार बहुत हित जासियों सदा रहत संग लागी, जब ही हंस तजिए काया प्रेत प्रेत कर पाती। देखो अखीरली पंक्ति ध्यान नाल सुनो, मेरे गुरु तेग बहादुर जी ने की आख्या, एह विद को व्यवहार बनियो है। की बनया है? ये दुनिया दी चाल है, ये तरीका है, ये सिस्टम है दुनिया दा। एह विद को व्यवहार बनियो है, जास्यो नेहू लगायो अंत बार नानक बिन हर जी को काम ना आयो। कहते ये दुनिया विच कोई काम नहीं आउंदा, फिर काम की आउंदा? हर को नाम सदा सुखदाई, परमात्मा दा नाम ही काम आउंदा। भगत पीपा जी कहन लगे भलिया तैनू वेख के संगत करन करके तेरे नाल प्यार पै गया। ये गुरमुखां दा प्यार है। बाबा बलदेव सिंह जी ਜਿਹੜੇ ਇਹ ਅਵਸਥਾ ਵਿੱਚ ਗੁਜ਼ਰੇ ਸਨ, ਤਾਂ ਕਰਕੇ ਮੈਂ ਇਹ ਵਿਚਾਰ ਆਰੰਭੀ ਸੀ। ਕਦੇ ਵੀ ਜਦੋਂ ਕਥਾ ਦੀ ਆਰੰਭਤਾ ਹੁੰਦੀ ਹੈ ਨਾ, ਕਥਾ ਦੀ ਆਰੰਭਤਾ ਹੁੰਦੀ ਹੈ, ਉਹਦੇ ਵਾਸਤੇ ਘੱਟ ਤੋਂ ਘੱਟ 1.5 ਘੰਟਾ ਚਾਹੀਦਾ ਹੈ ਜੇਕਰ ਕੋਈ ਗੱਲ ਸਮਝਣੀ ਹੋਵੇ ਤਾਂ। ਜੇਕਰ ਰੋਟੀਆਂ ਕਾਰਨ ਪੂਰੇ ਤਾਲ, ਫਿਰ 15 ਮਿੰਟ ਬਹੁਤ ਨੇ, 10 ਮਿੰਟ ਬਹੁਤ ਨੇ, 20 ਮਿੰਟ ਵੀ ਬਹੁਤ ਨੇ, ਸਮਝੇ ਨਾ ਗੱਲ। पर जेकर किसी गल की तह तक जाना होवे, समझना होवे, फिर घंटा 1.5 घंटा होंदा है, निचोड़ के 2 मिनटां निकल जाता है।
ਹੁਣ ਇਹ ਗੱਲ ਨੂੰ ਮੈਂ ਇੱਥੇ ਹੀ ਸੰਕੋਚਾਂਗਾ ਕਿਉਂਕਿ ਸਮਾਂ ਥੋੜਾ ਹੈ। ਮੈਨੂੰ ਲੱਗਦਾ ਵੀ ਮੇਰਾ ਸਮਾਂ ਉੱਪਰ ਚਲਿਆ ਗਿਆ ਹੋਵੇਗਾ। ਭਗਤ ਪੀਪਾ ਜੀ ਦੀ ਜਿਹੜੀ ਸੰਗਤ ਕਰਨ ਦੇ ਨਾਲ ਜਿਹੜੇ ਜੀਵ ਨੇ ਸੰਗਤ ਕੀਤੀ ਸੀ, ਧਰਮਰਾਜ ਨੇ ਵੀ ਉਹਦੇ ਲੇਖੇ ਨੂੰ ਪਾੜ ਦਿੱਤਾ ਸੀ। ਪਰਮੇਸ਼ਰ ਨੇ ਆਪਣੇ ਚਰਨਾਂ ਵਿੱਚ ਨਿਵਾਸ ਦੇ ਦਿੱਤਾ ਸੀ। ਗੁਰਮੁਖਾਂ ਦਾ ਸੰਗ ਕਰਨ ਦੇ ਨਾਲ, ਸੰਗਤ ਕਰਨ ਦੇ ਨਾਲ, ਗੁਰੂ ਕੀ ਸੰਗਤ ਕਰਨ ਦੇ ਨਾਲ ਇਹ ਲਾਭ ਹੈ, ਇਹ ਅਸੀਸ ਹੈ ਗੁਰੂ ਨਾਨਕ ਦੀ। ਜੋ ਗੁਰੂ ਨਾਨਕ ਦੀ ਸੰਗਤ ਕਰਦਾ ਹੈ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਹੜਾ ਗੁਰੂ ਨਾਨਕ ਦੀ ਸੰਗਤ ਕਰਦਾ ਹੈ ਨਾ, ਉਹਦਾ ਲੇਖਾ ਧਰਮਰਾਜ ਵੀ ਨਹੀਂ ਮੰਗ ਸਕਦਾ। ਉਹਨੂੰ ਵੀ ਅਥਾਰਟੀ ਨਹੀਂ ਵੀ ਤੂੰ ਮੇਰੇ ਗੁਰਸਿੱਖਾਂ ਦਾ ਕਿਤੇ ਲੇਖਾ ਮੰਗ ਲਵੇ, ਨਹੀਂ ਮੰਗ ਸਕਦਾ। ਸੋ ਸਰਦਾਰ ਬਲਦੇਵ ਸਿੰਘ ਜੀ ਜੋ ਆਪਣੇ ਜੀਵਨ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਸੰਗ ਕੀਤਾ ਤੇ ਆਪਣੇ ਗ੍ਰਸਤ ਜੀਵਨ ਦੇ ਵਿੱਚ ਜੋ ਪਰਮੇਸ਼ਰ ਨੇ ਡਿਊਟੀ ਲਾਈ ਸੀ ਉਹਨੂੰ ਨਿਭਾਉਂਦੇ ਹੋਏ ਉਹਨਾਂ ਦੇ ਗ੍ਰਹਿ ਵਿਖੇ ਭਾਈ ਕੁਲਦੀਪ ਸਿੰਘ ਜੀ ਨੂਰ, ਸਰਬਜੀਤ ਸਿੰਘ ਤੇ ਮਨਪ੍ਰੀਤ ਕੌਰ ਯੂਕੇ, 3 ਬੱਚਿਆਂ ਨੇ ਉਹਨਾਂ ਦੇ ਗ੍ਰਹਿ ਵਿਖੇ ਜਨਮ ਲਿਆ। ਜੋ ਅੱਜ ਉਹਨਾਂ ਦੇ ਗਾਹਾਂ ਪੋਤਰੇ ਵੀ ਨੇ, ਕਮਲਪ੍ਰੀਤ ਸਿੰਘ ਜੀ ਨੂਰ ਤੇ ਨਿਸ਼ਾਨ ਸਿੰਘ, ਇਹ ਉਹਨਾਂ ਦੇ ਪੋਤਰੇ ਨੇ। ਫੁਲਵਾੜੀ ਉਹਨਾਂ ਦੇ ਘਰ ਦੇ ਵਿੱਚ ਖਿੜੀ ਹੈ। ਕੁਲਦੀਪ ਸਿੰਘ ਨੂਰ ਜੋ ਸਾਡੇ ਛੋਟੇ ਵੀਰ ਨੇ, ਸਾਡੇ ਗੁਆਂਢ ਦੇ ਵਿੱਚ ਇਹ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਨੇ, ਬੜੇ ਪਿਆਰ ਵਾਲੇ ਨੇ। ਉਹਨਾਂ ਦੇ ਪਿਆਰ ਕਰਕੇ ਸਾਨੂੰ ਆਉਣਾ ਪਿਆ। ਇਹਦੇ ਪਹਿਲਾਂ ਮੈਂ ਜਵਾਬ ਦੇਤਾ ਸੀ ਮੇਰਾ ਮੁਸ਼ਕਿਲ ਹੈ, ਕਿਉਂਕਿ ਮੈਨੂੰ ਨਕੋਦਰ ਜਾਣਾ ਜ਼ਰੂਰੀ ਸੀ, ਉੱਥੇ ਪ੍ਰੋਗਰਾਮ ਸੀ ਇੱਕ, ਫਿਰ ਉਹ ਕੈਂਸਲ ਕਰਨਾ ਪਿਆ। ਭਾਈ ਸਾਹਿਬ ਕਹਿੰਦੇ ਤੁਹਾਨੂੰ ਆਉਣਾ ਹੀ ਪੈਣਾ, ਹਾਜ਼ਰੀ ਭਰਨੀ, ਤੁਹਾਡੇ ਗੁਰਮੁਖਾਂ ਦੇ ਦਰਸ਼ਨ ਕਰਨੇ ਸੀ। ਸੋ ਕੀਤੇ, ਗੁਰੂ ਸਾਹਿਬ ਦੀ ਬੜੀ ਅਪਾਰ ਕਿਰਪਾ ਹੋਈ ਹੈ, ਤੁਹਾਡੇ ਦਰਸ਼ਨ ਕੀਤੇ ਨੇ। ਮੈਂ ਇੱਥੇ ਆਪਣੀਆਂ ਸਾਰੀਆਂ ਗੱਲਾਂ ਬਾਤਾਂ ਨੂੰ ਸੰਕੋਚ ਲਵਾਂ ਤੇ ਇੱਕ ਅਖੀਰ ਦੇ ਵਿੱਚ ਬੇਨਤੀ ਕਰਾਂ। ਜਦੋਂ ਆਪਾਂ ਅੰਤਿਮ ਅਰਦਾਸ ਦੇ ਵਿੱਚ ਹਾਜ਼ਰੀਆਂ ਭਰਦੇ ਆ ਨਾ, ਅੰਤਿਮ ਅਰਦਾਸ ਦੇ ਵਿੱਚ ਹਾਜ਼ਰੀਆਂ ਭਰਦੇ ਆ ਤੇ ਇੱਕ ਬਾਬਾ ਫਰੀਦ ਜੀ ਦਾ ਬਚਨ ਚੇਤੇ ਰੱਖਿਆ ਕਰੋ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਜੇਕਰ ਤੂੰ ਕਿਸੇ ਦਾ ਭਲਾ ਕਰੇਗਾ ਤੇ ਦੁਨੀਆ ਤੇਰਾ ਭਲਾ ਮੰਗੇਗੀ। ਜਦੋਂ ਅਸੀਂ ਕਿਸੇ ਦੀ ਅੰਤਿਮ ਅਰਦਾਸ ਦੇ ਵਿੱਚ ਆਣ ਕੇ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜ ਕੇ ਅਰਦਾਸ ਕਰਾਂਗੇ, ਚੇਤੇ ਰੱਖਿਓ ਵਾਰੀ ਆਪੋ ਆਪਣੀ, ਪਾਰੂਸੀ ਕੈ ਜੋ ਹੁਆ ਤੂੰ ਆਪਣੇ ਵੀ ਜਾਣ। ਤੇਰੀ ਵੀ ਇੱਕ ਦਿਨ ਵਾਰੀ ਆਉਣੀ ਹੈ। ਅੰਤਿਮ ਅਰਦਾਸ ਦੇ ਵਿੱਚ ਤੇਰੇ ਵਾਸਤੇ ਵੀ ਕੋਈ ਭਲੇ ਦੀ ਅਰਦਾਸ ਕਰੇਗਾ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਅੰਤਿਮ ਅਰਦਾਸ ਦੇ ਵਿੱਚ ਗੱਲਾਂ ਬਾਤਾਂ ਨਾ ਕਰਿਆ ਕਰੀਏ। ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਭਾਇਆ। ਮਿੱਤ ਪੈਜੈ ਮਿੱਤ ਵਿਗਸੈ, ਜਿਸ ਮਿੱਤ ਕੀ ਪੈਜ ਭਾਵੇ। ਪੁੱਤ ਭਾਈ ਪਰਿਵਾਰ ਮੇਰਾ। ਜੇ ਸਾਰੇ ਇਹ ਗੱਲਾਂ ਨੂੰ ਧਿਆਨ ਨਾਲ ਸੁਣ ਲਓ ਕਿ ਭਾਈ ਜਦੋਂ ਅੰਤਿਮ ਅਰਦਾਸ ਦੇ ਵਿੱਚ ਹਾਜ਼ਰੀ ਭਰਨੀ ਆ, ਫਿਰ ਬਾਣੀ ਦੇ ਨਾਲ ਜੁੜਨਾ, ਗੱਲਾਂ ਨਹੀਂ ਕਰਨੀਆਂ, ਬਿਲਕੁਲ ਨਹੀਂ ਕਰਨੀਆਂ। ਕਿਉਂਕਿ ਇਹ ਜਿਹੜੀ ਅੰਤਿਮ ਅਰਦਾਸ ਦਾ ਭਾਵ ਵੀ ਇਹ ਹੁੰਦਾ ਹੈ ਵੀ ਸਾਰੀ ਸੰਗਤ ਮਿਲ ਕੇ ਤੇ ਉਹਦੀ ਭਲੇ ਦੀ ਅਰਦਾਸ ਕਰਨੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਤੁਸੀਂ ਕਿਰਪਾ ਕਰੋ, ਇਹ ਆਤਮਾ ਦਾ ਭਲਾ ਕਰੋ, ਇਹ ਆਤਮਾ ਦਾ ਭਲਾ ਕਰੋ। ਜਦੋਂ ਭਲੇ ਦੀ ਅਰਦਾਸ ਹੁੰਦੀ ਹੈ ਉਹਦੇ ਵਿੱਚ ਸਾਡਾ ਵੀ ਭਲਾ ਹੈ। ਆਓ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ, ਪਰਿਵਾਰ ਦਾ ਧੰਨਵਾਦ, ਸਾਡੇ ਛੋਟੇ ਵੀਰ ਕੁਲਦੀਪ ਸਿੰਘ ਜੀ ਨੂਰ ਪੱਤਰਕਾਰ, ਉਹਨਾਂ ਦਾ ਵੀ ਧੰਨਵਾਦ ਹੈ, ਸਾਰੇ ਪਰਿਵਾਰ ਦਾ ਧੰਨਵਾਦ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਗੁਰੂ ਨਾਨਕ ਦੀ ਗੁਰਮਤਿ ਦੀ ਵਿਚਾਰ ਕਰਦਿਆਂ ਹੋਈਆਂ ਅਸੰਖਾਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।